today's topic is instruction set architecture. Means ਕੀ ਹੈ instruction set ਜਿਹੜੇ ਜਿਹਨੇ ਆਪਾਂ instruction set ਕੀਤੇ ਗਿਆ ਜਾਂ CPU ਦਾ architecture ਹੈਗਾ basically ਕੀ ਹੈ ਜਿਹੜਾ instruction set ਹੈਗਾ software ਤੇ hardware ਦੇ ਵਿੱਚ ਇੱਕ intermediate ਦਾ path ਹੁੰਦਾ ਹੈਗਾ। ਜੇ ਆਪਾਂ ਪ੍ਰੋਸੈਸਰ ਦੀ ਕਲਾਸੀਫਿਕੇਸ਼ਨ ਕਰੀਏ, ਜੇ ਕਲਾਸੀਫਿਕੇਸ਼ਨ ਜੇ ਆਰਕੀਟੈਕਚਰ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਆਪਾਂ ਡਿਵਾਈਡ ਕਰਦੇ ਹੈਗੇ ਆ। ਵਨ ਇਜ਼ ਨੋਨ ਐਜ਼ ਰਿਸਕ ਆਰਕੀਟੈਕਚਰ ਹੈਗਾ, ਸੈਕੰਡ ਇਜ਼ ਸਿਸਕ। ਠੀਕ ਹੈ, ਦੋ ਤਰ੍ਹਾਂ ਦੇ CPU ਕਿਸ ਤਰ੍ਹਾਂ ਕੰਮ ਕਰਦਾ ਹੈ, ਕਿਹੜੀਆਂ ਉਹਦੀਆਂ ਇੰਸਟਰਕਸ਼ਨਸ ਕਿੰਨੀਆਂ ਹੁੰਦੀਆਂ, ਫਿਕਸਡ ਲੈਂਥ ਇੰਸਟਰਕਸ਼ਨ ਹੁੰਦੀਆਂ ਜਾਂ ਲੈਂਥੀ ਇੰਸਟਰਕਸ਼ਨ ਹੁੰਦੀਆਂ, ਜਾਂ ਮਸ਼ੀਨ ਸਾਈਕਲ ਕਿੰਨਾ ਫੋਲੋ ਕਰਦਾ ਹੈਗਾ, ਕਿੰਨਾ ਟਾਈਮ ਲੱਗਦਾ ਪ੍ਰੋਗਰਾਮ ਤੇ, ਪ੍ਰੋਗਰਾਮ ਲੈਂਥੀ ਹੋਣਗੇ ਕਿ ਪ੍ਰੋਗਰਾਮ ਸ਼ਾਰਟ ਹੋਣਗੇ, ਪ੍ਰੋਗਰਾਮ ਇੰਸਟਰਕਸ਼ਨਾਂ ਸਿੰਪਲ ਹੋਣਗੀਆਂ ਜਾਂ ਕੰਪਲੀਕੇਟਡ ਹੋਣਗੀਆਂ, ਜਾਂ ਇਹ ਸਾਰਾ ਜਿਹੜਾ ਆਰਕੀਟੈਕਚਰ ਬੇਸਿਕਲੀ ਕੀ ਹੈ ਉਹ ਇੰਸਟਰਕਸ਼ਨ ਸੈੱਟ ਤੇ ਡਿਪੈਂਡ ਕਰਦਾ ਹੈਗਾ। ਸੋ ਇਸ ਇੰਸਟਰਕਸ਼ਨ ਸੈੱਟ ਦੇ ਬੇਸ ਤੇ ਆਪਾਂ ਜਿਹੜਾ ਆਰਕੀਟੈਕਚਰ ਹੈਗਾ ਆਪਾਂ ਟੂ ਟਾਈਪਸ ਡਿਵਾਈਡ ਕਰਦੇ ਹਾਂ। ਵਨ ਇਜ਼ ਰਿਸਕ ਐਂਡ ਅਨਦਰ ਇਜ਼ ਸਿਸਕ। ਰਿਸਕ ਦੀ ਫੁੱਲ ਫਾਰਮ ਹੈਗੀ ਆ ਰਿਡਿਊਸਡ ਇੰਸਟਰਕਸ਼ਨ ਸੈੱਟ ਕੰਪਿਊਟਰ। ਸੋ ਰਿਸਕ ਦੀ ਫੁੱਲ ਫਾਰਮ ਹੈ reduced instruction set computer। ਮੀਨਸ ਕੀ ਹੈ ਇੰਸਟਰਕਸ਼ਨਸ ਆਪਾਂ ਨੰਬਰ ਆਫ ਇੰਸਟਰਕਸ਼ਨ ਇਹਦੇ ਇਸ ਕੇਸ ਕੀ ਆਪਾਂ ਰਿਡਿਊਸ ਕੀਤੀਆਂ ਹੋਈਆਂ ਹੈਗੀਆਂ। ਜਿਹੜਾ ਇਹ ਆਰਕੀਟੈਕਚਰ ਹੈਗਾ ਨੰਬਰ ਆਫ ਇੰਸਟਰਕਸ਼ਨਸ ਰਿਡਿਊਸਡ ਹੈਗੀਆਂ ਤੇ ਸਿੰਪਲ ਇੰਸਟਰਕਸ਼ਨ ਯੂਜ਼ ਕਰਦੇ ਹੈਗੇ ਜੇ ਤੁਸੀਂ ਪ੍ਰੋਗਰਾਮਿੰਗ ਇਹਦੇ ਥਰੂ ਕਰਨੀ ਹੈਗੀ ਆ। ਤੇ ਦੂਸਰਾ ਆਰਕੀਟੈਕਚਰ ਹੈਗਾ ਸਿਸਕ। ਜਿਹੜਾ ਸਿਸਕ ਆਰਕੀਟੈਕਚਰ ਹੈਗਾ ਦਿਸ ਇਜ਼ ਨੋਨ ਐਜ਼ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਰ। ਬਾਕੀ ਚੀਜ਼ ਸੇਮ ਹੈ, ਇੱਥੇ ਕੰਪਲੈਕਸ ਹੈ। ਮੀਨਸ ਕੀ ਹੈ ਇਸ ਜਿਹੜਾ ਆਰਕੀਟੈਕਚਰ ਆ ਸਿਸਕ ਆਰਕੀਟੈਕਚਰ ਆ ਇਹਦੇ ਚ ਕੀ ਹੈ ਜਿਹੜੀ ਇੰਸਟਰਕਸ਼ਨਸ ਹੈਗੀਆਂ ਕੰਪਲੈਕਸ ਹੈਗੀਆਂ। ਠੀਕ ਹੈ, ਇੱਕ ਜਿਹੜੀ ਇੰਸਟਰਕਸ਼ਨ ਹੈਗਾ ਮੋਰ ਨੰਬਰ ਆਫ ਲਾਈਫ ਮਸ਼ੀਨ ਸਾਈਕਲਸ ਲੈਂਦੀ ਹੈਗੀ ਆ ਤੇ ਵੇਰੀਏਬਲ ਲੈਂਥੀ ਹੁੰਦੀ ਆ ਤੇ ਐਡਰੈਸਿੰਗ ਮੋਡ ਡਿਫਰੈਂਟ ਫੋਲੋ ਹੁੰਦੀ ਆ ਉਹਨਾਂ ਚ। ਤੇ ਜਿਹੜੀ ਇੰਸਟਰਕਸ਼ਨਸ ਕੰਪਲੈਕਸ ਹੁੰਦੀਆਂ, ਇੰਸਟਰਕਸ਼ਨਸ ਇਹਦੇ ਸਿੰਪਲ ਹੁੰਦੀਆਂ ਹੈ, ਇਹਦੇ ਚ ਕੀ ਹੈ ਕੰਪਲੈਕਸ ਹੁੰਦੀ ਹੈਗੀਆਂ। ਸੋ ਆਪਾਂ ਵਨ ਬਾਈ ਵਨ ਕੀ ਹੈ ਇਹਨਾਂ ਥੋੜਾ ਡਿਫਰੈਂਸ ਦੇਖਾਂਗੇ, ਰਿਸਕ ਆਰਕੀਟੈਕਚਰ ਹੈ ਕੀ ਹੈ ਤੇ ਸਿਸਕ ਆਰਕੀਟੈਕਚਰ ਕੀ ਹੈ। ਤੋ ਰਿਸਕ ਆਰਕੀਟੈਕਚਰ ਦੇ ਵਿੱਚ ਕੀ ਹੈ ਫਸਟਲੀ ਕੀ ਹੈ ਜਿਹੜੀਆਂ ਇੰਸਟਰਕਸ਼ਨਸ ਕੀ ਕੀਤੀਆਂ ਉਹਨਾਂ ਨੇ ਰਿਡਿਊਸ ਕਰਤੀਆਂ, ਰਿਡਿਊਸਡ ਸੈਟ ਆਫ ਇੰਸਟਰਕਸ਼ਨਸ, ਸੈਟ ਆਫ ਇੰਸਟਰਕਸ਼ਨ। ਸਭ ਤੋਂ ਪਹਿਲਾਂ ਤਾਂ ਇਹਦਾ ਜਿਸ ਤਰ੍ਹਾਂ ਦਾ ਨੇਮ ਹੈ ਉਸ ਤੋਂ ਹੀ ਪਤਾ ਲੱਗਦਾ ਹੈ ਕਿ ਰਿਡਿਊਸ ਸੈਟ ਆਫ ਇੰਸਟਰਕਸ਼ਨ। ਜਿਹੜੀਆਂ ਨੰਬਰ ਆਫ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਉਹ ਕੀ ਹੈ ਰਿਡਿਊਸ ਕਰਤੀਆਂ ਹੈਗੀਆਂ। ਰਿਡਕਸ਼ਨ ਦਾ ਮਤਲਬ ਕੀ ਹੈ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਉਹ 100 ਤੋਂ ਲੈਸ ਹੁੰਦੀਆਂ। ਮੀਨਸ ਕੀ ਹੈ ਲੈਸ ਦੈਨ 100। ਨੰਬਰ ਆਫ ਜਿਹੜੀ ਇੰਸਟਰਕਸ਼ਨਸ ਹੈਗੀਆਂ ਲੈਸ ਦੈਨ 100 ਦੇ ਕਰੀਬ ਹੈ। ਦੈਨ ਦੂਸਰਾ ਹੈ ਕੀ ਹੈ ਇਹਦੇ ਸਿੰਪਲ ਇੰਸਟਰਕਸ਼ਨਸ ਹੁੰਦੀਆਂ ਹੈਗੀਆਂ, ਸਿੰਪਲ ਇੰਸਟਰਕਸ਼ਨਸ, ਸਿੰਪਲ ਇੰਸਟਰਕਸ਼ਨਸ ਹੁੰਦੀਆਂ ਹੈਗੀਆਂ। ਜਿਹੜਾ ਮੇਨ ਪਰਪਸ ਸੀ ਇਹਦਾ ਸੀ ਮੇਨ ਪਰਪਸ ਸੀ ਟੂ ਅਟੈਂਪਟ ਟੂ ਪ੍ਰੋਡਿਊਸ ਮੋਰ CPU ਪਾਵਰ ਬਾਈ ਸਿੰਪਲੀਫਾਈਂਗ ਦਾ ਇੰਸਟਰਕਸ਼ਨ ਸੈਟ ਆਫ CPU। ਮੀਨਸ ਕੀ ਹੈ ਮੋਰ CPU ਪਾਵਰ ਯੂਜ਼ ਹੋਵੇ, CPU power by simplifying the instruction set of CPU, instruction set of CPU। means ਕੀ ਹੈ more CPU power use ਕਰਦੇ। instruction ਜਿਹੜਾ set ਹੈਗਾ ਉਹ limited ਹੈਗਾ and includes only simple instruction। ਜਿਹੜੀ instruction ਇਹਦੀ ਸੀਗੀਆਂ ਸਾਰੀਆਂ ਜਿਹੜੀਆਂ ਰਿਸਕ ਦੇ ਅੰਡਰ instruction ਸੀਗੀਆਂ ਉਹ ਸਾਰੀਆਂ ਕੀ ਹੈ ਯੂਨੀਫਾਰਮ ਲੈਂਥ ਦੀਆਂ instruction ਸੀ, ਯੂਨੀਫਾਰਮ ਲੈਂਥ instructions। ਮੀਨਸ ਕੀ ਹੈ ਜਿਹੜੀਆਂ ਇੰਸਟਰਕਸ਼ਨ ਸੀ ਉਹਨਾਂ ਦੀ ਲੈਂਥ ਕੀ ਹੈ ਯੂਨੀਫਾਰਮ। ਯੂਨੀਫਾਰਮ ਦਾ ਮਤਲਬ ਕੀ ਇੱਕ ਫਿਕਸ ਸਾਈਜ਼ ਸੀਗਾ ਇੰਸਟਰਕਸ਼ਨ ਦਾ, ਵੇਰੀਏਬਲ ਲੈਂਥ ਦੀਆਂ ਨਹੀਂ ਸੀਗੀਆਂ। ਤੇ ਇਹਦੇ ਚ ਕੀ ਹੈ ਮੇਨਲੀ ਜਿਹੜਾ ਕੀ ਸੀਗਾ ਜਿਹੜੀ ਆਪਾਂ ਆਈਡੀਆ ਸੀਗਾ ਵੀ ਆਪਾਂ ਹਾਰਡਵੇਅਰ ਬਣਾਉਣਾ ਸੀ, ਬੜਾ ਸਿੰਪਲ ਬਣਾਉਣਾ ਸੀਗਾ ਇੰਸਟਰਕਸ਼ਨ ਯੂਜ਼ ਕਰਕੇ। ਤੇ ਜਿਹਦੇ ਚ ਮੇਨਲੀ ਸਟੈਪ ਕਿਹੜੇ ਹੁੰਦੇ ਸੀਗੇ ਜਿਸ ਤਰ੍ਹਾਂ ਲੋਡਿੰਗ ਦੀ ਇੰਸਟਰਕਸ਼ਨ ਹੋ ਗਈਆਂ, ਲੋਡਿੰਗ, ਦੈਨ ਇਵੈਲੂਏਟਿੰਗ, ਸਟੋਰਿੰਗ। ਸੋ ਇਸ ਟਾਈਪ ਦੀਆਂ ਇਹਦੇ ਚ ਇੰਸਟਰਕਸ਼ਨ ਸੀ, ਲੋਡਿੰਗ, ਇਵੈਲੂਏਟਿੰਗ, ਸਟੋਰਿੰਗ, ਇਸ ਟਾਈਪ ਦੀਆਂ ਇਹਦੇ ਚ ਇੰਸਟਰਕਸ਼ਨ ਸੀ। ਸੋ ਬਾਕੀ ਇਹਦੇ ਜਿਹੜੇ ਮੇਨ ਕਰੈਕਟਰਿਸਟਿਕਸ ਹੈਗੇ ਕੀ ਕੁਛ ਹੈ ਇਹਦੇ ਚ ਕਰੈਕਟਰਿਸਟਿਕਸ ਦੇ ਅੰਡਰ ਹੀ ਆ ਜਾਂਦਾ ਹੈਗਾ ਇਹ ਕੀ ਯੂਜ਼ ਕਰਦਾ ਸੀਗਾ। ਐਂਡ more number of general registers, more number of general purpose
ਰਜਿਸਟਰਸ। ਮਤਲਬ ਜਿਹੜਾ ਆਰਕੀਟੈਕਚਰ ਸੀਗਾ ਇਹਦੇ 'ਚ ਕੀ ਹੈ, ਮੋਰ ਨੰਬਰ ਆਫ ਜਨਰਲ ਪਰਪਸ ਰਜਿਸਟਰ ਫਾਲੋ ਹੁੰਦੇ ਸੀਗੇ, ਜਿਸ ਤਰ੍ਹਾਂ ਕੀ ਹੈ ਮੋਰ ਦੈਨ 32 ਤੋਂ ਵੱਧ ਜਿਹੜੇ ਆ, ਇਟਸ ਮੋਰ ਦੈਨ ਦਾ ਸਿੰਬਲ ਮੈਂ ਲਾਇਆ, ਮੋਰ ਦੈਨ 7 ਨਾ ਸਮਝ ਲਓ, ਮੋਰ ਦੈਨ 32 ਜਿਹੜੇ ਰਜਿਸਟਰ ਸੀ। ਜਿਹੜੀਆਂ ਡਾਟਾ ਟਾਈਪ ਸੀਗੀਆਂ ਉਹ ਸਿੰਪਲ ਸੀ, ਸਿੰਪਲ ਡਾਟਾ ਟਾਈਪਸ ਜਿਹੜੀਆਂ ਯੂਜ਼ ਹੁੰਦੀਆਂ ਸੀ ਇਸ ਆਰਕੀਟੈਕਚਰ ਦੇ ਵਿੱਚ। ਦੈਨ ਸਿੰਪਲ ਐਡਰੈਸਿੰਗ ਮੋਡਸ, ਸਿੰਪਲ ਜਿਹੜੀਆਂ ਐਡਰੈਸਿੰਗ ਮੋਡ ਸੀਗੀਆਂ, ਜਿਸ ਜ਼ਿਆਦਾਤਰ ਕੀ ਹੈ ਰਜਿਸਟਰ ਬੇਸਡ ਹੁੰਦੀਆਂ ਸੀ, ਰਜਿਸਟਰ ਟੂ ਰਜਿਸਟਰ, ਰਜਿਸਟਰ ਡਾਇਰੈਕਟ, ਰਜਿਸਟਰ ਇਨਡਾਇਰੈਕਟ, ਇਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਉਹ ਸਿੰਪਲ ਐਡਰੈਸਿੰਗ ਮੋਡ ਯੂਜ਼ ਕੀਤੀਆਂ ਸੀਗੀਆਂ। ਸਭ ਤੋਂ ਇੰਪੋਰਟੈਂਟ ਇੱਕ ਹੋਰ ਚੀਜ਼ ਸੀ ਇਹਦੇ 'ਚ, ਇਹ ਜਿਹੜੇ ਰਿਸਕ ਦੇ ਵਿੱਚ ਸੀ, ਹਰੇਕ ਜਿਹੜੀ ਇੰਸਟਰਕਸ਼ਨ ਸੀਗੀ ਉਹ ਸਿੰਗਲ ਕਲੌਕ ਸਾਈਕਲ ਲੈਂਦੀ ਸੀਗੀ, ਸਿੰਗਲ ਕਲੌਕ ਸਾਈਕਲ ਟੂ ਐਗਜ਼ੀਕਿਊਟ ਐਨ ਇੰਸਟਰਕਸ਼ਨ। ਮਤਲਬ ਜੇ ਇੱਕ ਇੰਸਟਰਕਸ਼ਨ ਨੂੰ ਐਗਜ਼ੀਕਿਊਟ ਕਰਨ ਵਾਸਤੇ ਸਿੰਗਲ ਕਲੌਕ ਸਾਈਕਲ ਲੱਗਦਾ ਸੀਗਾ। ਇੱਕ ਮੇਨ ਡਿਫਰੈਂਸ ਚਾਹੁੰਦਾ ਹੈ ਵੀ ਰਿਸਕ ਤੇ ਸਿਸਕ ਦੇ ਵਿੱਚ, ਇਹਦੇ 'ਚ ਕੀ ਹੈ ਕੋਈ ਵੀ ਰਜਿਸਟਰ ਕਦੇ ਵੀ ਯੂਜ਼ ਕੀਤਾ ਜਾ ਸਕਦਾ ਸੀਗਾ। ਦੈਨ ਇਹਦੇ 'ਚ ਕੀ ਹੈ, ਕਿਉਂਕਿ ਨੰਬਰ ਆਫ ਇੰਸਟਰਕਸ਼ਨ ਜਿਹੜੀਆਂ ਸੀਗੀਆਂ ਸਿੰਪਲ ਸੀਗੀਆਂ, ਪਰ ਉਹਨਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਸੀਗੀ। ਨੰਬਰ ਆਫ ਇੰਸਟਰਕਸ਼ਨ ਆਪਾਂ ਲਿਮਟਿਡ ਯੂਜ਼ ਕਰਦੇ, ਰਿਡਿਊਸ ਕਰਤੀਆਂ ਸੀ, ਪਰ ਜਿਹੜੀਆਂ ਸਿੰਪਲ ਇੰਸਟਰਕਸ਼ਨ ਸੀ ਵਾਰ-ਵਾਰ ਯੂਜ਼ ਹੁੰਦੀਆਂ ਸੀ, ਹਰੇਕ ਵਾਰ ਲੋਡ ਕਰਨਾ ਫਿਰ ਉਹਨੂੰ ਐਡ ਕਰਨਾ। ਜੇ ਮੀਨਸ ਕਿ ਇੱਕ ਸਿੰਪਲ ਐਡ ਆਪਰੇਸ਼ਨ ਵੀ ਸੀਗਾ ਨਾ, ਤਾਂ ਉਹਦੇ ਲਈ ਵੀ ਕੀ ਆਪਾਂ ਨੂੰ ਤਿੰਨ ਇੰਸਟਰਕਸ਼ਨਸ ਲਿਖਣਾ ਪੈਂਦੀਆਂ ਸੀਗੀਆਂ। ਤੇ ਕੰਪਲੈਕਸ ਦੇ ਜਿਹੜਾ ਸਿਸਕ ਸੀ ਉਹਦੇ 'ਚ ਉਲਟ ਸੀ, ਉਹਦੇ 'ਚ ਇੱਕ ਇੰਸਟਰਕਸ਼ਨ ਸਾਰੇ ਕੰਮ ਹੋ ਜਾਂਦੇ ਸੀ। ਇਹਦੇ 'ਚ ਕੀ ਆ, ਜਿਹੜਾ ਹਰੇਕ ਕੰਮ ਹੈਗਾ ਇੱਕ ਅਲੱਗ-ਅਲੱਗ ਇੰਸਟਰਕਸ਼ਨ ਕਰਦੀ ਸੀਗੀ, ਤੇ ਉਹਦੇ ਨਾਲ ਕੀ ਹੈ ਪ੍ਰੋਗਰਾਮ ਕੀ ਹੁੰਦਾ ਸੀ, ਲੈਂਥੀ ਹੋ ਜਾਂਦਾ ਸੀਗਾ। ਪ੍ਰੋਗਰਾਮ ਕੀ ਹੈ, ਜੇ ਪ੍ਰੋਗਰਾਮ ਇਸ ਦੇ ਥਰੂ ਬਣਾਉਂਦੇ ਸੀ, ਪ੍ਰੋਗਰਾਮ ਬਿਕਮਸ ਲੌਂਗ, ਪ੍ਰੋਗਰਾਮ ਲੌਂਗ ਹੁੰਦਾ ਸੀਗਾ, ਤੇ ਉਹਦੇ ਵਾਸਤੇ ਕੀ ਹੈ ਰੈਮ ਵੀ ਜ਼ਿਆਦਾ ਚਾਹੀਦੀ ਹੁੰਦੀ ਸੀ। ਨੈਚੁਰਲੀ ਕੀ ਹੈ, ਜੇ ਆਪਾਂ ਨੰਬਰ ਆਫ ਇੰਸਟਰਕਸ਼ਨਸ ਆਪਣੀਆਂ ਜ਼ਿਆਦਾ ਵੱਧ ਜਾਣਗੀਆਂ ਤਾਂ ਕੀ ਹੋਏਗਾ, ਤਾਂ ਆਪਾਂ ਨੂੰ ਕੀ ਮੋਰ ਰੈਮ ਇਜ਼ ਰਿਕੁਆਇਰਡ, ਮੋਰ ਰੈਮ, ਰੈਂਡਮ ਐਕਸੈਸ ਮੈਮਰੀ ਵਾਜ਼ ਰਿਕੁਆਇਰਡ। ਇਹ ਸਾਰੇ ਫੀਚਰਸ ਦੇ ਅੰਡਰ ਹੀ ਆ ਜਾਂਦਾ ਹੈਗਾ। ਇੱਕ ਹੋਰ ਇਹਦੇ ਸਟੈਪ ਸੀਗਾ, ਇਹਦੇ ਵਿੱਚ ਪਾਈਪਲਾਈਨਿੰਗ ਹੋ ਜਾਂਦੀ ਸੀ, ਪਾਈਪਲਾਈਨਿੰਗ ਕੰਸੈਪਟ ਆਏਗਾ। ਪਾਈਪਲਾਈਨਿੰਗ ਦਾ ਮਤਲਬ ਕੀ ਹੈਗਾ, ਜੇ ਕੋਈ ਬੜਾ ਪ੍ਰੋਗਰਾਮ ਆ ਉਹਨੂੰ ਸਟੈਪਸ ਦੇ ਵਿੱਚ ਡਿਵਾਈਡ ਕਰਕੇ ਆਪਾਂ ਇੱਕ ਦੂਜੇ ਨਾਲ ਕਨੈਕਟ ਕਰਕੇ ਬਣਾ ਸਕਦੇ ਸੀਗੇ। ਸੋ ਇਹਦੇ 'ਚ ਇਹ ਪ੍ਰੋਵੀਜ਼ਨ ਸੀਗੀ ਰਿਸਕ ਦੇ ਵਿੱਚ ਕੀ ਹੈ, ਇੱਕ ਬੜੇ ਪ੍ਰੋਗਰਾਮ ਨੂੰ ਕੀ ਹੈ ਸਮਾਲਰ ਸਟੈਪਸ, ਸਮਾਲਰ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਇੱਕ ਪਾਈਪਲਾਈਨ ਦੀ ਫਾਰਮ 'ਚ ਆਪਾਂ ਕਨਵਰਟ ਕਰਦੇ ਸੀਗੇ। ਦੂਸਰਾ ਕੀ ਇਹਦੇ 'ਚ ਲੈਸ ਨੰਬਰ ਆਫ, ਕਿਉਂਕਿ ਇਹਦੇ ਸਿੰਪਲ ਇੰਸਟਰਕਸ਼ਨ ਸੀਗੀਆਂ, ਤੇ ਇਹਦੇ 'ਚ ਕੀ ਹੈ ਲੈਸ ਨੰਬਰ ਆਫ ਟ੍ਰਾਂਜ਼ਿਸਟਰ ਯੂਜ਼ ਕੀਤੇ ਜਾਂਦੇ ਸੀ, ਲੈਸ ਨੰਬਰ ਆਫ transistors were used, ਕਿਉਂਕਿ ਆਪਾਂ ਇੰਸਟਰਕਸ਼ਨਾਂ ਰਿਡਿਊਸ ਕਰਤੀਆਂ ਸੀਗੀਆਂ। ਤੇ ਜਿਹੜੀਆਂ ਐਡਰੈਸਿੰਗ ਮੋਡ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਮੈਂ, ਰਜਿਸਟਰ ਡਾਇਰੈਕਟ, ਰਜਿਸਟਰ ਇਨਡਾਇਰੈਕਟ, ਇਦਾਂ ਦੀਆਂ ਹੁੰਦੀਆਂ ਸੀਗੀਆਂ। ਇਹ ਜ਼ਿਆਦਾਤਰ ਕੀ ਹੈ, ਇਹ ਪੋਰਟੇਬਲ ਡਿਵਾਈਸਿਸ ਯੂਜ਼ ਕੀਤਾ ਜਾਂਦਾ ਸੀ। ਇਹ ਜਿਹੜਾ ਆਰਕੀਟੈਕਚਰ ਕਿੱਥੇ ਯੂਜ਼ ਕਰਦੇ ਸੀ ਆਪਾਂ, ਪੋਰਟੇਬਲ ਡਿਵਾਈਸਿਸ ਦੇ ਵਿੱਚ ਯੂਜ਼ ਕਰਦੇ ਸੀਗੇ। ਤੇ ਜੇ ਡਾਇਗਰਾਮੈਟਿਕਲੀ ਇਹਨੂੰ ਸ਼ੋ ਕਰੀਏ ਤਾਂ ਜ਼ਿਆਦਾਤਰ ਕੀ ਜਿਹੜਾ ਇਹ ਜਿਹੜਾ ਰਿਸਕ ਸੀਗਾ ਇਹ ਹਾਰਡਵੇਅਰ ਬੇਸਡ ਸੀਗਾ। ਜਿਹੜਾ ਰਿਸਕ ਆਰਕੀਟੈਕਚਰ ਵਾਸ ਬੇਸਡ ਔਨ ਹਾਰਡਵੇਅਰ ਬੇਸ ਸੀਗਾ, ਤੇ ਹਾਰਡਵਾਇਰਡ ਕੰਟਰੋਲ ਸੀ। ਸੋ ਰਿਸਕ ਆਰਕੀਟੈਕਚਰ ਦੇ ਵਿੱਚ ਕੀ ਹੈ, ਮੇਨਲੀ ਕਿਉਂਕਿ ਹਾਰਡਵਾਇਰਡ ਕੰਟਰੋਲ ਯੂਨਿਟ ਹੈ, ਇਹ ਡਾਟਾ ਪਾਥ ਹੈ, ਇੰਸਟਰਕਸ਼ਨ ਕੈਸ਼ ਹੈ, ਡਾਟਾ ਕੈਸ਼ ਹੈ, ਇਹ ਮੇਨ ਮੈਮਰੀ ਹੈ, ਤੇ ਇੱਥੋਂ ਕੀ ਇੰਸਟਰਕਸ਼ਨਸ ਹੁੰਦੀਆਂ ਗੀਆਂ, ਇਸ ਸਾਈਡ ਤੇ ਇੰਸਟਰਕਸ਼ਨਸ, ਇੱਥੇ ਕੀ ਹੈ ਡਾਟਾ। ਸੋ ਕੀ ਹੈ, ਜਿਹੜਾ ਰਿਸਕ ਹੈ ਬੇਸਿਕਲੀ ਕਿਸ ਬੇਸਡ ਹੈਗਾ, ਜ਼ਿਆਦਾ ਹਾਰਡਵੇਅਰ ਬੇਸਡ ਹੈ। ਜਿਹੜਾ ਕੀ ਹੈ ਇਹਦੇ 'ਚ ਡਰੈਸਿੰਗ ਮੋਡਸ ਬਹੁਤ ਘੱਟ ਯੂਜ਼ ਕੀਤੀ ਜਾਂਦੀਆਂ, ਫਿਊ ਡਰੈਸਿੰਗ ਮੋਡ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ। ਐਂਡ ਨੰਬਰ ਆਫ ਸਾਈਕਲ ਇੰਸਟਰਕਸ਼ਨ ਪਰ ਸੈਕਿੰਡ 1 ਹੁੰਦਾ ਹੈਗਾ, ਹਾਰਡਵੇਅਰ ਕੰਟਰੋਲ ਹੁੰਦਾ ਹੈਗਾ। ਦੈਨ ਮੋਰ ਨੰਬਰ ਆਫ ਰਜਿਸਟਰ ਯੂਜ਼ ਹੁੰਦੇ ਇਹਦੇ 'ਚ,
ਜਿਹੜਾ ਕੋਡ ਸਾਈਜ਼ ਆ ਲਾਰਜਰ ਹੁੰਦਾ ਹੈਗਾ। ਕੋਡ ਸਾਈਜ਼ ਦਾ ਮਤਲਬ ਕਿ ਜੇ ਪ੍ਰੋਗਰਾਮ ਲਿਖਣਾ ਇੱਕ ਤਾਂ ਨੈਚੁਰਲੀ ਉਹਦੀ ਕੋਡਿੰਗ ਜਿਹੜੀ ਕਰਾਂਗੇ ਤਾਂ ਉਹ ਜਿੱਥੇ ਕਿਤੇ 5 ਲਾਈਨਸ ਬਣਨੀਆਂ ਇਹਦੀਆਂ 10 ਲਾਈਨਸ ਬਣਨਗੀਆਂ। ਮੀਨਸ ਕੀ ਹੈ ਇਹਦੀਆਂ ਲਾਈਨਸ ਜ਼ਿਆਦਾ ਬਣਨਗੀਆਂ, ਪ੍ਰੋਗਰਾਮ ਲੈਂਥੀ ਹੋਏਗਾ, ਕਿਉਂਕਿ ਹਰੇਕ ਜਿਹੜੀ ਇੰਸਟਰਕਸ਼ਨ ਹੈਗੀ ਆ ਉਹ ਸਿੰਪਲ ਇੰਸਟਰਕਸ਼ਨ ਹੈਗੀ ਆ, ਪਰ ਉਹ ਕੀ ਆ ਇੱਕ ਛੋਟਾ ਜਿਹਾ ਸਟੈਪ ਕਰੇਗੀ, ਜ਼ਿਆਦਾ ਸਟੈਪ ਨਹੀਂ ਕਰੇਗੀ। ਜਿਵੇਂ ਲੋਡ ਵਾਸਤੇ ਲੱਗ ਹੈਗੀ ਆ, ਸਟੋਰ ਵਾਸਤੇ ਲੱਗ ਹੈਗਾ, ਇੱਕ ਸਿੰਪਲ ਸਟੈਪ ਕਰੇਗੀ ਤੇ ਜ਼ਿਆਦਾਤਰ ਰਜਿਸਟਰ ਆਪਰੇਸ਼ਨਸ ਐਚ ਹੁੰਦੇ ਹੈਗੇ। So second is CISC architecture. As it's clear from the name, it's complex instruction set computing. Means ਕੀ ਹੈ ਇਹਦੇ ਚ ਕੀ ਹੈ, instructions ਜਿਹੜੀਆਂ ਹੈਗੀਆਂ complex instructions ਆ। ਮੀਨਸ ਕੀ ਹੈ ਜੇ ਇੰਸਟਰਕਸ਼ਨ ਸੈਟ ਫੋਲੋ ਕਰਨਾ ਆਰਕੀਟੈਕਚਰ ਤਾਂ ਇੰਸਟਰਕਸ਼ਨ ਜਿਹੜੀਆਂ ਆਉਣੀਆਂ ਕੰਪਲੈਕਸ ਇੰਸਟਰਕਸ਼ਨਸ ਆਉਣਗੀਆਂ। ਦੈਨ ਇਹਦੇ ਚ ਕੀ ਹੈ ਜਿਹੜੀਆਂ ਨੰਬਰ ਆਫ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਉਹ 100 to 250 ਦੇ ਕਰੀਬ ਹੁੰਦੀਆਂ ਇੰਸਟਰਕਸ਼ਨਸ। ਜਿਹੜੀ ਗਿਣਤੀ ਹੈਗੀ ਉਹਨਾਂ ਦੀ ਕਿੰਨੀ ਹੁੰਦੀ ਹੈ, ਟੋਟਲ ਨੰਬਰ ਆਫ ਇੰਸਟਰਕਸ਼ਨਸ ਇਸ ਆਰਕੀਟੈਕਚਰ ਦੇ ਅੰਦਰ ਕੀ ਹੈ। ਉਹਦੇ ਚ ਕੀ ਹੈ ਤੁਸੀਂ ਆਪਾਂ ਰਿਸਕ ਚ ਕੀ ਦੇਖਿਆ ਹੈਗਾ, ਰਿਸਕ ਦੇ ਵਿੱਚ ਕੀ ਹੈ ਨੰਬਰ ਆਫ ਇੰਸਟਰਕਸ਼ਨ ਰਿਡਿਊਸ ਸੀਗੀਆਂ, ਘਟਾਤੀਆਂ ਸੀਗੀਆਂ, ਪਰ ਇਹਦੇ ਵਿੱਚ ਕੀ ਹੈ ਨੰਬਰ ਆਫ ਇੰਸਟਰਕਸ਼ਨਸ ਕੀ ਹੈ ਜ਼ਿਆਦਾ ਹੈਗੀਆਂ ਤੇ ਕੰਪਲੈਕਸ ਵੀ ਹੈਗੀਆਂ ਤੇ ਸਿੰਪਲ ਹਰ ਤਰ੍ਹਾਂ ਦੀਆਂ ਹੈਗੀਆਂ। ਪਰ ਜਿਹੜਾ ਤੁਹਾਡਾ ਰਿਸਕ ਆਰਕੀਟੈਕਚਰ ਸੀ ਉਹ ਚ ਲੈਸ ਦੈਨ 100 ਸੀ, ਇਹ ਚ 100 to 250 ਹੈ। ਇਹ ਚ ਕੀ ਹੈ ਮੇਨਲੀ ਕੀ ਇਹਦੇ ਚ ਇੱਕ ਇੰਸਟਰਕਸ਼ਨ ਕੰਪਲੈਕਸ ਬਣਾਤੀ ਹੈਗੀ ਹੈ। ਮੀਨਸ ਕੀ ਹੈ ਉਹਦੇ ਚ ਜੇ ਰਿਸਕ ਦੇ ਵਿੱਚ ਜਿਹੜਾ 3 ਕੰਮ ਹੁੰਦੇ ਸੀਗੇ ਉਹ ਮਤਲਬ 3 ਸਟੈਪ ਹੁੰਦੇ ਸੀਗੇ, ਉਹ 3 ਮਤਲਬ 3 ਵਾਰ ਚ ਹੁੰਦੇ ਸੀਗੇ, ਠੀਕ ਹੈ। ਇਹਦੇ ਚ ਕਿਸੇ ਜੇ ਕੋਈ 3 ਕੰਮ ਹੈਗੇ ਤਾਂ ਇੱਕ ਸਿੰਗਲ ਇੰਸਟਰਕਸ਼ਨ ਚ ਹੀ ਹੋ ਜਾਂਦੇ ਹੈਗੇ। ਫਾਰ ਐਗਜ਼ਾਮਪਲ ਕੀ ਹੈ ਤਾਂ ਕਰਕੇ ਕੰਪਲੀਕੇਟ ਹੋ ਜਾਂਦਾ ਹੈਗਾ। ਜਿਸ ਤਰ੍ਹਾਂ ਕੀ ਹੈ ਜਿਵੇਂ ਕਹਿੰਦਾ ਲੋਡ ਕਰਨਾ, ਵੈਲਿਊਏਟ ਕਰਨਾ ਤੇ ਸਟੋਰ ਕਰਨਾ, ਇਹ 3 ਸਟੈਪ ਹੈਗੇ ਇਹਦੀ ਸਿੰਗਲ ਇੰਸਟਰਕਸ਼ਨ ਚ ਹੈ। ਜਿਵੇਂ ਲੋਡ, evaluate ਐਂਡ ਸਟੋਰ। ਜਿਹੜਾ ਰਿਸਕ ਦੇ ਵਿੱਚ ਕੀ ਹੈ ਉਹ ਅਲੱਗ-ਅਲੱਗ ਸੀਗੇ, 2-3 ਸਟੈਪ ਬਣਦੇ ਸੀਗੇ, ਪਰ ਇਹਦੇ ਚ ਕੀ ਹੈ ਉਹਦੇ ਚ ਕੀ 3 ਇੰਸਟਰਕਸ਼ਨਸ ਹੁੰਦੀਆਂ ਸਿੰਪਲ ਇੰਸਟਰਕਸ਼ਨ। ਇਹਦੇ ਚ ਕੀ ਹੈ ਇਹ ਤਿੰਨੇ ਜਿਹੜੇ ਸਟੈਪ ਹੈਗੇ ਆ these are in one instruction। ਕਾਹਦੇ ਚ ਹੈਗੇ ਆ 1 ਇੰਸਟਰਕਸ਼ਨ, ਮਤਲਬ ਇੱਕੋ ਹੀ ਇੰਸਟਰਕਸ਼ਨ ਜਿਹੜੀ ਹੈਗੀ ਆ ਉਹ ਲੋਡ ਵੀ ਕਰ ਰਹੀ ਹੈਗੀ ਆ, ਵੈਲਿਊਏਟ ਵੀ ਕਰ ਰਹੀ ਹੈ ਤੇ ਫਾਈਨਲੀ ਵੈਲਿਊ ਸਟੋਰ ਕਰ ਰਹੀ ਹੈ। ਤਾਂ ਨੈਚੁਰਲੀ ਜੇ ਆਪਾਂ ਇੱਕ ਇੰਸਟਰਕਸ਼ਨ ਦੇ ਵਿੱਚ 3 ਸਟੈਪ ਦੇਵਾਂਗੇ ਤਾਂ ਨੈਚੁਰਲੀ ਜਿਹੜੀ ਇੰਸਟਰਕਸ਼ਨ ਕੀ ਹੋ ਜਾਏਗੀ ਤੁਹਾਡੀ, ਇੰਸਟਰਕਸ਼ਨ ਵਿਲ ਬਿਕਮ ਕੰਪਲੈਕਸ। ਸੋ ਇੰਸਟਰਕਸ਼ਨ ਕੀ ਹੋ ਜਾਏਗੀ, ਕੰਪਲੈਕਸ ਇੰਸਟਰਕਸ਼ਨ ਹੋ ਜਾਏਗੀ। ਸੋ ਇਹਦੇ ਚ ਕੀ ਹੈ ਹਰੇਕ ਜਿਹੜੀ ਇੰਸਟਰਕਸ਼ਨ ਹੈਗੀ ਆ ਤਾਂ ਨੈਚੁਰਲੀ ਜਦੋਂ 3 ਸਟੈਪ ਆਉਣਗੇ ਤਾਂ ਇੰਸਟਰਕਸ਼ਨ ਕੀ ਹੋ ਜਾਏਗੀ, instruction will take more number of cycles per instruction, so there will be more number of
ਸਾਈਕਲਸ ਪਰ ਇੰਸਟਰਕਸ਼ਨ, ਮਤਲਬ ਇੱਕ ਇੰਸਟਰਕਸ਼ਨ ਦੇ ਵਿੱਚ ਨੰਬਰ ਆਫ ਸਾਈਕਲਸ ਵੱਧ ਗਏ ਆ, ਪਰ ਰਿਸਕ ਦੇ ਵਿੱਚ ਕੀ ਹੈ, ਹਰੇਕ ਇੰਸਟਰਕਸ਼ਨ ਸਿਰਫ ਇੱਕ ਮਸ਼ੀਨ ਸਾਈਕਲ ਲੈਂਦੀ ਸੀ, ਇਹ 'ਚ ਨੰਬਰ ਆਫ ਸਾਈਕਲਸ ਪਰ ਇੰਸਟਰਕਸ਼ਨ ਇੱਕ ਇੰਸਟਰਕਸ਼ਨ ਦੇ ਵਿੱਚ ਕੀ ਹੈ, ਜ਼ਿਆਦਾ ਹੋ ਗਈ ਹੈ, ਇੱਕ ਤੋਂ ਜ਼ਿਆਦਾ ਹੋਣਗੇ। ਤੇ ਜਿਹੜਾ ਮਸ਼ੀਨ ਸਾਈਕਲ ਬੇਸਿਕਲੀ ਕੀ ਹੁੰਦਾ ਹੈਗਾ, ਫੈਚ ਕਰਨਾ, ਡਿਕੋਡ ਕਰਨਾ ਤੇ ਐਗਜ਼ੀਕਿਊਟ ਕਰਨਾ। ਤੁਹਾਨੂੰ 3 ਸਟੈਪ ਦੱਸੇ ਸੀ ਨਾ, ਪਹਿਲਾ ਆਪਰੈਂਡ ਫੈਚ ਹੁੰਦੇ ਹੈਗੇ ਆ, ਫਿਰ ਡਿਕੋਡਿੰਗ ਹੁੰਦੀ ਹੈ ਉਹਨਾਂ ਦੀ ਜਿਹੜੀ ਆਪਕੋਡ ਹੁੰਦੇ, ਫਿਰ ਸਟੋਰ ਹੁੰਦਾ ਹੈ ਜੋ ਵੀ ਐਗਜ਼ੀਕਿਊਸ਼ਨ ਹੁੰਦੀ ਹੈਗੀ। ਸੋ ਇਹਦੇ ਚ ਨੰਬਰ ਆਫ ਮਸ਼ੀਨ ਸਾਈਕਲ ਜ਼ਿਆਦਾ ਹੈਗੇ ਆ। ਦੈਨ ਇਹਦੇ ਜਿਹੜੀਆਂ ਡਿਫਰੈਂਸ ਕੀ ਹੈ, ਇੰਸਟਰਕਸ਼ਨਸ ਕੀ ਹੈ, ਲੌਂਗਰ ਹੋ ਸਕਦੀਆਂ ਹੈਗੀਆਂ ਤੇ ਵੇਰੀਏਬਲ ਸਾਈਜ਼ ਇੰਸਟਰਕਸ਼ਨ, ਵੇਰੀਏਬਲ ਸਾਈਜ਼, ਇਹਦਾ ਜਿਹੜਾ ਇੰਸਟਰਕਸ਼ਨ ਦਾ ਸਾਈਜ਼ ਆ ਵੇਰੀਏਬਲ ਸਾਈਜ਼ ਹੋਏਗਾ। ਦੈਨ ਜਿਹੜੀਆਂ ਐਡਰੈਸਿੰਗ ਮੋਡਸ ਹੈਗੀਆਂ, ਜਿਹੜੀਆਂ ਇਹਦੇ ਕੀ ਹੈ, ਨੰਬਰ ਆਫ ਐਡਰੈਸਿੰਗ ਮੋਡਸ ਹੈ ਉਹ ਜ਼ਿਆਦਾ ਹੈਗੀਆਂ, ਨੰਬਰ ਆਫ ਐਡਰੈਸਿੰਗ ਮੋਡਸ ਉਹ ਜ਼ਿਆਦਾ ਹੈਗੀਆਂ। ਉਹ ਕਿੰਨੀਆਂ ਹੈਗੀਆਂ, 5 to 20। ਮਤਲਬ ਕੀ ਹੈ, ਜਿਹੜਾ ਰਿਸਕ ਸੀਗਾ ਉਹਦੇ ਚ ਐਡਰੈਸਿੰਗ ਮੋਡਸ ਬੜੀਆਂ ਸਿੰਪਲ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ ਤੇ ਇਹਦੇ ਚ ਕੀ ਕੰਪਲੈਕਸ ਵੀ ਕੀਤੀਆਂ ਜਾਂਦੀਆਂ। ਹੁਣ ਆਪਾਂ ਐਡਰੈਸਿੰਗ ਮੋਡਸ ਪੜ੍ਹੀਆਂ ਹੈਗੀਆਂ ਕਾਫੀ, ਉਹਨਾਂ ਚ ਕੀ ਹੈ, ਜਿਹੜੀਆਂ ਸਿੰਪਲ ਸੀਗੀਆਂ ਰਜਿਸਟਰ ਦੇ ਰਿਲੇਟਡ ਸੀਗੀਆਂ ਉਹ ਸਾਰੀਆਂ ਕੀ ਹੈ, ਉਹ ਰਿਸਕ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ। ਬਾਕੀ ਜਿਹੜੀਆਂ ਐਡਰੈਸਿੰਗ ਮੋਡਸ ਆ ਜਿਹੜੀਆਂ ਕੰਪਲੀਕੇਟਡ ਹੈਗੀਆਂ ਉਹ ਸਾਰੀਆਂ ਕੀ ਹੈ, ਉਹ ਕਿਹਦੇ ਚ ਕੀ ਹੈ, ਉਹ ਸਿਸਕ ਆਰਕੀਟੈਕਚਰ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ। ਸੋ ਇੱਕ ਇਹਦੇ ਚ ਕੀ ਹੈ, ਪਾਈਪਲਾਈਨਿੰਗ ਜਿਹੜੀ ਡਿਫੀਕਲਟ ਹੈਗੀ ਹੈ, ਜਿਹੜਾ ਕੰਸੈਪਟ ਜਿਹੜਾ ਪਾਈਪਲਾਈਨਿੰਗ ਦਾ ਕੰਸੈਪਟ ਦੱਸਿਆ ਤੁਹਾਨੂੰ ਮੈਂ, ਪਾਈਪਲਾਈਨਿੰਗ ਜਿਹੜੀ ਹੈਗੀ ਆ ਇਜ਼ ਡਿਫੀਕਲਟ ਇਨ ਸਿਸਕ। ਸਿਸਕ ਦੇ ਵਿੱਚ ਕੀ ਹੈ, ਪਾਈਪਲਾਈਨਿੰਗ ਕੀ ਹੈ, ਡਿਫੀਕਲਟ ਹੈਗੀ ਹੈ, ਮਤਲਬ ਇਹ ਪਰਫਾਰਮ ਕਰਨੀ ਕੰਪੈਰੀਟਿਵਲੀ ਜਿਹੜਾ। ਹੁਣ ਨੈਚੁਰਲੀ ਕੀ ਆ, ਜੇ ਆਪਾਂ ਇੱਕ ਇੱਕ ਇੰਸਟਰਕਸ਼ਨ ਦੇ ਵਿੱਚ ਤਿੰਨ ਕੰਮ ਹੋਣਗੇ ਇੱਕ ਇੰਸਟਰਕਸ਼ਨ 'ਚ, ਤਾਂ ਨੈਚੁਰਲੀ ਜਿਹੜਾ ਆਪਾਂ ਪ੍ਰੋਗਰਾਮ ਬਣਾਵਾਂਗੇ ਤਾਂ ਪ੍ਰੋਗਰਾਮ ਦੀ ਲੈਂਥ ਕੀ ਹੋਏਗੀ, ਘੱਟ ਹੋਏਗੀ। ਸੋ ਪ੍ਰੋਗਰਾਮ ਵਿਲ ਬੀ ਸਮਾਲਰ ਇਨ ਸਾਈਜ਼, ਜਿਹੜਾ ਵੀ ਪ੍ਰੋਗਰਾਮ ਬਣੂਗਾ ਪ੍ਰੋਗਰਾਮ ਵਿਲ ਬੀ ਸਮਾਲਰ ਇਨ ਸਾਈਜ਼। ਮਤਲਬ ਜਿਹੜਾ ਆਪਾਂ ਕਹਾਂਗੇ ਜਿਹੜੀ ਕੋਡ ਲੈਂਥ ਆ, ਕੋਡਿੰਗ ਤੁਸੀਂ ਕਰਦੇ ਆ ਕਿਸੇ ਪ੍ਰੋਗਰਾਮ ਨੂੰ ਬਣਾਉਣ ਲਈ, ਤਾਂ ਜੇ ਆਪਾਂ ਕੋਡ ਤੁਹਾਡਾ 100 ਲਾਈਨਸ ਦਾ ਹੈਗਾ ਤਾਂ ਇਹਦੇ 'ਚ ਕੀ ਆ, ਹੋ ਸਕਦਾ 50 ਲਾਈਨਸ ਦਾ ਹੋ ਜਾਏ ਜਾਂ 20 ਲਾਈਨਸ ਦਾ ਹੋ ਜਾਏ। ਮੀਨਸ ਕਿ ਜਿਹੜਾ ਪ੍ਰੋਗਰਾਮ ਦੀ ਲੈਂਥ ਹੈਗੀ ਆ ਉਹ ਸਮਾਲਰ ਹੋ ਜਾਏਗੀ, ਕਿਉਂਕਿ ਜਿਹੜੀਆਂ ਤੁਸੀਂ ਇੰਸਟਰਕਸ਼ਨ ਯੂਜ਼ ਕਰ ਰਹੇ ਆ ਉਹ ਕੀ ਆ, ਕੰਪਲੈਕਸ ਹੈਗੀਆਂ ਇੰਸਟਰਕਸ਼ਨਸ ਕੀ ਹੈ। ਸੋ ਜੇ ਪ੍ਰੋਗਰਾਮ ਦੀ ਸਮਾਲਰ ਹੋ ਗਿਆ ਸਾਈਜ਼, ਤੇ ਮੈਮਰੀ ਵੀ ਕੀ ਲਏਗਾ, ਇਹ ਘੱਟ ਲਏਗਾ ਮੈਮਰੀ। ਸੋ ਇਟ ਵਿਲ ਟੇਕ ਲੈਸ ਮੈਮਰੀ, ਲੈਸ ਸਪੇਸ ਲਏਗਾ, ਲੈਸ ਮੈਮਰੀ, ਲੈਸ ਰੈਮ, ਮੈਮਰੀ ਜਿਹੜੀ ਹੈ ਉਹ ਘੱਟ ਯੂਜ਼ ਹੋਏਗੀ। ਇੱਕ ਇਹਦੇ ਚ ਕੀ ਹੈ, ਮੇਨਲੀ ਇਹ ਚ ਮਾਈਕਰੋ ਕੋਡ ਹੁੰਦਾ ਹੈ ਇੰਸਟੈਡ ਆਫ ਮਸ਼ੀਨ ਕੋਡ। ਇਹ ਚ ਮਸ਼ੀਨ ਕੋਡ ਨਹੀਂ ਯੂਜ਼ ਕਰਦੇ, ਇਹਦੇ ਚ ਮਾਈਕਰੋ ਕੋਡ ਯੂਜ਼ ਕਰਦੇ ਹੈਗੇ ਆ। ਦੂਸਰਾ ਇੱਕ ਕੀ ਹੈ, ਇੱਕ ਮਾਈਕਰੋ ਪ੍ਰੋਗਰਾਮ ਕੰਟਰੋਲ ਯੂਨਿਟ ਯੂਜ਼ ਕੀਤਾ ਜਾਂਦਾ ਇਹਦੇ ਚ। ਜਿਹੜੇ ਨੰਬਰ ਆਫ ਰਜਿਸਟਰਸ ਹੈਗੇ ਆ ਉਹ ਲੈਸ ਨੰਬਰ ਹੁੰਦੇ ਹੈਗੇ ਆ। ਜਿਹੜੇ ਇੱਕ ਹੋਰ ਕੀ ਹੈ, ਨੰਬਰ ਆਫ, ਇੱਕ ਡਿਫਰੈਂਸ ਤੁਹਾਨੂੰ ਦੱਸਿਆ ਸੀਗਾ ਉਹਦੇ ਚ ਕੀ ਹੈ, ਜਿਹੜਾ ਰਿਸਕ ਹੈ ਉਹਦੇ ਚ ਮੋਰ ਨੰਬਰ ਆਫ ਰਜਿਸਟਰ ਹੁੰਦਾ ਹੈਗਾ, ਇਹਦੇ ਚ ਕੀ ਹੈ, ਲੈਸ ਨੰਬਰ ਆਫ ਰਜਿਸਟਰ ਘੱਟ ਯੂਜ਼ ਕੀਤੇ ਜਾਂਦੇ ਹੈਗੇ ਆ। ਜ਼ਿਆਦਾਤਰ ਮੈਮਰੀ ਵਗੈਰਾ, ਮੈਮਰੀ ਰਿਲੇਟਡ ਆਪਰੇਸ਼ਨਸ ਕੀਤੇ ਜਾਂਦੇ ਹੈਗੇ ਆ। ਤੇ ਜਿਹੜਾ ਇਹ ਸਿਸਕ ਆਰਕੀਟੈਕਚਰ ਹੈਗਾ, ਇਹਦਾ ਜਿਹੜਾ ਮੇਨ ਫੋਕਸ ਹੈਗਾ ਉਹ ਕਿਸ ਚੀਜ਼ ਤੇ ਹੈਗਾ, ਇਹਦੇ ਜ਼ਿਆਦਾਤਰ ਕੀ ਹੈ, ਹਾਰਡਵੇਅਰ ਤੇ ਹੈਗਾ। ਮੇਨ ਫੋਕਸ ਕਾਹਤੇ ਹੈਗਾ, ਹਾਰਡਵੇਅਰ ਤੇ, ਹਾਰਡਵੇਅਰ ਦੇ ਉੱਪਰ ਫੋਕਸ ਹੈ। ਤੇ ਜਿਹੜੀ ਇਹਦੀਆਂ ਐਪਲੀਕੇਸ਼ਨ ਹੈਗੀਆਂ ਉਹ ਕੀ ਆ, ਹੋਮ ਆਟੋਮੇਸ਼ਨ ਜਾਂ ਸਿਕਿਉਰਿਟੀ ਸਿਸਟਮ 'ਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹੈਗੇ। ਹੋਮ ਆਟੋਮੇਸ਼ਨ, ਸਿਕਿਉਰਿਟੀ ਸਿਸਟਮ। ਸੋ ਇਹਦੇ ਆਰਕੀਟੈਕਚਰ 'ਚ ਕੀ ਹੈ, ਸਿਸਕ ਦੇ ਵਿੱਚ ਕੀ ਹੈ, ਕੰਟਰੋਲ ਯੂਨਿਟ ਹੈ, ਇੰਸਟਰਕਸ਼ਨ ਐਂਡ ਡਾਟਾ ਪਾਥ, ਮਾਈਕਰੋ ਪ੍ਰੋਗਰਾਮ ਕੰਟਰੋਲ ਮੈਮਰੀ, ਕੈਸ਼ ਤੇ ਮੇਨ ਮੈਮਰੀ। ਜਦੋਂ ਆਪਾਂ ਦੀ ਕਨੈਕਟੀਵਿਟੀ ਕੀ ਹੈ, this is connectivity of CISC architecture, CISC architecture।
ਸੋ ਡਿਫਰੈਂਸ ਬਿਟਵੀਨ ਰਿਸਕ ਐਂਡ ਸਿਸਕ ਜਾਂ ਸਿਸਕ ਐਂਡ ਰਿਸਕ ਔਰ ਸੋ ਕੀ ਹੈ ਸਭ ਤੋਂ ਪਹਿਲਾ ਡਿਫਰੈਂਸ ਕੀ ਹੈ ਜਿਹੜਾ ਰਿਸਕ ਜਿਹੜਾ ਹੈਗਾ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਫੁੱਲ ਫਾਰਮ ਲਿਖ ਸਕਦੇ ਆ ਰਿਡਿਊਸਡ ਇੰਸਟਰਕਸ਼ਨ ਸੈਟ ਕੰਪਿਊਟਿੰਗ ਐਂਡ ਕੰਪਲੈਕਸ ਇੰਸਟਰਕਸ਼ਨ ਸੈਟ ਕੰਪਿਊਟਿੰਗ ਬੇਸਿਕ ਡਿਫਰੈਂਸ ਕੀ ਹੈ ਸਭ ਤੋਂ ਪਹਿਲਾਂ ਮੈਂ ਇੱਥੇ ਲਿਖਿਆ ਨਹੀਂ ਤੁਸੀਂ ਇੱਥੇ ਕੀ ਦਾ ਫੁੱਲ ਫਾਰਮ ਲਿਖ ਦਿਓ ਪਹਿਲਾਂ ਸੋ ਦੈਨ ਇਟ ਫੋਕਸ ਔਨ ਹਾਰਡਵੇਅਰ ਜਿਹੜਾ ਰਿਸਕ ਦਾ ਫੋਕਸ ਕਰਤੇ ਆ ਮੇਨਲੀ ਰਿਸਕ ਦਾ ਫੋਕਸ ਹੈ ਹਾਰਡਵੇਅਰ ਤੇ ਸਿਸਕ ਕਰਤੇ ਹੈਗੇ ਸੌਫਟਵੇਅਰ ਤੇ ਫੋਕਸ ਹੈ ਇਹਦਾ ਮੇਨ ਇਹਦੇ ਕੀ ਯੂਜ਼ਸ ਫਿਊ ਇੰਸਟਰਕਸ਼ਨ ਦੈਟ ਇਜ਼ ਲੈਸ ਦੈਨ 100 ਸੋ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹੈਗੀਆਂ ਰਿਡਿਊਸਡ ਇੰਸਟਰਕਸ਼ਨ ਦਾ ਮਤਲਬ ਵਿੱਚ ਕਿ ਇੰਸਟਰਕਸ਼ਨਸ ਆਪਾਂ ਘੱਟ ਹੈਗੀਆਂ ਲੈਸ ਹੋ ਗਈਆਂ ਐਂਡ ਇਟ ਯੂਜ਼ਸ ਲਾਰਜ ਨੰਬਰ ਆਫ ਇੰਸਟਰਕਸ਼ਨਸ ਇਹਦੇ ਚ ਇੰਸਟਰਕਸ਼ਨ 120 ਤੋਂ 350 ਤੱਕ ਦੇ ਕਰੀਬ ਹੁੰਦੀਆਂ ਹੈਗੀਆਂ ਸੋ ਨੰਬਰ ਆਫ ਇੰਸਟਰਕਸ਼ਨ ਵਿੱਚ ਜ਼ਿਆਦਾ ਹੈਗੀਆਂ ਇਹਦੇ ਚ ਘੱਟ ਹੈਗੀਆਂ ਇੱਥੋਂ ਹੀ ਤਾਂ ਹੀ ਇਹਦਾ ਨਾਮ ਕੀ ਆ ਰਿਡਿਊਸਡ ਕਹਿ ਦਿੰਦੇ ਹੈਗੇ ਰਿਸਕ ਕੀ ਯੂਜ਼ ਕਰਦਾ ਹੈਜ਼ ਫਿਊ ਐਡਰੈਸਿੰਗ ਮੋਡਸ ਰਿਸਕ ਜਿਹੜਾ ਐਡਰੈਸਿੰਗ ਮੋਡਸ ਕਰਦਾ ਜਿਹੜੀਆਂ ਫਿਊ ਯੂਜ਼ ਕਰਦਾ ਬਹੁਤ ਘੱਟ ਯੂਜ਼ ਕਰਦਾ ਹੈਗਾ ਤੇ ਤੁਸੀਂ ਇਹਨੂੰ ਕੀ ਕਰਦੇ ਫਿਊ ਸਿੰਪਲ ਲਿਖ ਦੋ ਸਿੰਪਲ ਐਡਰੈਸਿੰਗ ਮੋਡ ਯੂਜ਼ ਕਰਦਾ ਹੈਗਾ ਸਿੰਪਲ ਐਡਰੈਸਿੰਗ ਮੋਡ ਦੈਨ ਸਿਸ ਕੀ ਹੈ ਇਟ ਯੂਜ਼ਸ ਲਾਰਜ ਨੰਬਰ ਆਫ ਐਡਰੈਸਿੰਗ ਮੋਡ ਮੀਨਸ ਕਿ ਇਹਦੇ ਚ ਲਾਰਜ ਨੰਬਰ ਆਫ ਐਡਰੈਸਿੰਗ ਮੋਡ ਯੂਜ਼ ਕੀਤੀ ਜਾਂਦੀ ਜਿਹੜੇ ਕੰਪਲੀਕੇਟਡ ਆ ਸਾਰੀਆਂ ਐਡਰੈਸਿੰਗ ਮੋਡ ਯੂਜ਼ ਕੀਤੀਆਂ ਜਾਂਦੀਆਂ ਰਿਸਕ ਦੇ ਵਿੱਚ ਕੀ ਹੈ ਫਿਕਸਡ ਲੈਂਥ ਇੰਸਟਰਕਸ਼ਨਸ ਫਾਰਮੈਟਸ ਇਹਦੇ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਫਿਕਸਡ ਲੈਂਥ ਦੀ ਹੁੰਦੀਆਂ ਕੋਈ ਵੇਰੀਏਬਲ ਸਾਈਜ਼ ਨਹੀਂ ਹੁੰਦਾ ਹੈਗਾ ਪਰ ਜਿਹੜਾ ਸਿਸਕ ਦੇ ਵਿੱਚ ਕੀ ਹੈ ਵੇਰੀਏਬਲ ਲੈਂਥ ਇੰਸਟਰਕਸ਼ਨ ਫਾਰਮੈਟ ਮੇਰੀ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਉਹ ਵੇਰੀਏਬਲ ਲੈਂਥ ਦੀ ਹੁੰਦੀਆਂ ਇਹਦੇ ਵਿੱਚ ਕੀ ਹੈ ਫਿਕਸਡ ਲੈਂਥ ਦੀ ਹੁੰਦੀਆਂ ਦੈਨ ਸਭ ਤੋਂ ਇੱਕ ਇੰਪੋਰਟੈਂਟ ਇਹਦੇ ਵਿੱਚ ਕੀ ਹੈ ਨੰਬਰ ਆਫ ਸਾਈਕਲਸ ਪਰ ਇੰਸਟਰਕਸ਼ਨ ਇਜ਼ 1 ਇਹਦੇ ਵਿੱਚ ਕੋਈ ਵੀ ਇੰਸਟਰਕਸ਼ਨ ਜਿਹੜੀ ਹੈਗੀ ਐਗਜ਼ੀਕਿਊਟ ਕਰਾਉਣੀ ਹੈਗੀ ਆ ਉਹਦਾ ਕੀ ਹੈ ਨੰਬਰ ਆਫ ਸਾਈਕਲਸ ਕਿੰਨੇ ਲਏਗੀ ਇੱਕ ਇੰਸਟਰਕਸ਼ਨ ਇੱਕ ਹੀ ਨੰਬਰ ਆਫ ਸਾਈਕਲ ਹੋਏਗਾ ਪਰ ਇਹਦੇ ਵਿੱਚ ਕੀ ਹੈ ਕਿਉਂਕਿ ਆਪਾਂ ਇੱਕ ਇੰਸਟਰਕਸ਼ਨ ਦੇ ਵਿੱਚ ਮਲਟੀਪਲ ਸਟੈਪਸ ਹੈਗੇ ਆ so number of cycles per instruction is from 1 to 20 means ਕੀ ਹੈ more than 1 ਹੈ number of instructions number of cycles per instruction then it uses hardwired control unit ਠੀਕ ਹੈ ਇਹ hardwired control use ਕਰਦਾ ਹੈਗਾ ਤੇ CISC use ਕਰਦਾ ਹੈਗਾ ਮਾਈਕਰੋ ਪ੍ਰੋਗਰਾਮਿੰਗ ਹੁੰਦੀ ਇਹਦੇ ਵਿੱਚ ਕੰਟਰੋਲ ਯੂਨਿਟ use ਕਰਦਾ ਹੈਗਾ then it require more number of registers so risk ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਰਜਿਸਟਰ ਯੂਜ਼ ਹੁੰਦੇ ਹੈਗੇ ਆ ਕਿਉਂਕਿ ਇਹ ਜ਼ਿਆਦਾ ਮੈਮਰੀ ਨਾਲ ਡੀਲਿੰਗ ਘੱਟ ਹੁੰਦੀ ਹੈ ਜ਼ਿਆਦਾ ਰਜਿਸਟਰਸ ਦੇ ਨਾਲ ਹੁੰਦੀ ਹੈਗੀ ਮੈਮਰੀ ਲੋਕੇਸ਼ਨ ਯੂਜ਼ ਘੱਟ ਹੁੰਦੀਆਂ ਇਹ ਕੀ ਯੂਜ਼ ਕਰਦਾ ਇਟ ਰਿਕੁਆਇਰ ਲੈਸ ਨੰਬਰ ਆਫ ਰਜਿਸਟਰਸ ਕਿਉਂਕਿ ਸਿਸ ਕੀ ਹੈ ਇਹ ਲੈਸ ਨੰਬਰ ਆਫ ਰਜਿਸਟਰ ਯੂਜ਼ ਹੁੰਦੇ ਕਿਉਂਕਿ ਇਹ ਜ਼ਿਆਦਾਤਰ ਮੈਮਰੀ ਲੋਕੇਸ਼ਨਸ ਦੇ ਨਾਲ ਵੀ ਜ਼ਿਆਦਾ ਆਪਰੈਂਡਸ ਵਗੈਰਾ ਜਿਹੜੇ ਹੈਗੇ ਮੈਮਰੀ ਲੋਕੇਸ਼ਨ ਦੇ ਵਿੱਚ ਹੀ ਰੱਖੇ ਹੁੰਦੇ ਉੱਥੋਂ ਫੈਚਿੰਗ ਵਗੈਰਾ ਕਰਦਾ ਹੈਗਾ ਦੈਨ ਕੋਡ ਸਾਈਜ਼ ਸਮਾਲਰ ਲਾਰਜਰ ਸੋ ਇਹਦੇ ਵਿੱਚ ਕੀ ਹੈ ਰਿਸਕ ਦੇ ਵਿੱਚ ਕੀ ਹੈ ਇੱਕ ਛੋਟਾ ਸਟੈਪ ਜਿਹੜਾ ਹੈਗਾ ਇੱਕ ਛੋਟੀ ਜਿਹੀ ਇੰਸਟਰਕਸ਼ਨ ਹੈਗੀ ਇੱਕ ਛੋਟਾ ਜਿਹਾ ਕੋਈ ਉਹਦੇ ਵਾਸਤੇ ਇੱਕ ਅਲੱਗ ਆਪਾਂ ਨੂੰ ਲਾਈਨ ਲਿਖਣੀ ਪੈਂਦੀ ਇੰਸਟਰਕਸ਼ਨ ਲਿਖਣੀ ਪੈਂਦੀ ਹੈਗੀ ਹੈ ਸੋ ਆਪਣਾ ਜਿਹੜਾ ਕੋਡ ਸਾਈਜ਼ ਹੈ ਜਿਹੜਾ ਪ੍ਰੋਗਰਾਮ ਦੀ ਲੈਂਥ ਹੈਗੀ ਉਹ ਲੈਂਥ ਜ਼ਿਆਦਾ ਹੋ ਜਾਂਦੀ ਹੈਗੀ ਹੈ ਸੋ ਇਹਦੇ ਵਿੱਚ ਕੀ ਹੈ ਇੱਕ ਜਿਹੜੀ ਇੰਸਟਰਕਸ਼ਨ ਉਹ ਮਲਟੀਪਲ ਟਾਸਕ ਕਰ ਰਹੀ ਹੈਗੀ ਹੈ ਉਸ ਕਰਕੇ ਕੋਡ ਸਾਈਜ਼ ਕੀ ਹੈ ਸਮਾਲ ਹੈ ਕੋਡ ਸਾਈਜ਼ ਦਾ ਮਤਲਬ ਕੀ ਹੈ ਜਿਹੜਾ ਪ੍ਰੋਗਰਾਮ ਤੁਸੀਂ ਬਣਾ ਰਹੇ ਹੋ ਉਹਦੀ ਲੈਂਥ ਕੀ ਹੈ ਸਮਾਲਰ ਹੋਏਗੀ ਐਸ ਆਰ ਟੀ ਦੈਨ 9th ਕੀ ਮੋਸਟਲੀ ਰਜਿਸਟਰ ਆਪਰੇਸ਼ਨ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹੈਗਾ ਕਿਉਂਕਿ ਇਹ ਜ਼ਿਆਦਾਤਰ ਮੈਮਰੀ ਨਾਲ ਡੀਲਿੰਗ ਘੱਟ ਹੁੰਦੀ ਹੈ ਸੋ ਇਹ ਰਜਿਸਟਰ ਦੇ ਆਪਰੇਸ਼ਨ ਹੀ ਹੁੰਦੇ ਇਹਦੇ ਚ ਰਿਸਕ ਦੇ ਵਿੱਚ ਸੋ ਇਹਦੇ ਚ ਕੀ ਹੈ ਸਿਸਕ ਇੰਸਟਰਕਸ਼ਨ ਯੂਜ਼ ਆਪਰੈਂਡਸ ਡੈਟ ਆਰ ਇਨ ਦਾ ਮੈਮਰੀ ਸੋ ਇਹ ਇੰਸਟਰਕਸ਼ਨਸ ਇਹਦੀ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਆਪਰੈਂਡ ਕਿੱਥੇ ਪਏ ਹੁੰਦੇ ਹੈਗੇ ਜਿਹੜੇ ਜ਼ਿਆਦਾਤਰ ਮੈਮਰੀ ਚ ਪਏ ਹੁੰਦੇ ਹੈਗੇ ਆ ਉਹਨਾਂ ਨੂੰ ਯੂਜ਼ ਕਰਦੇ ਹੈਗੇ ਆ ਦੈਨ ਲਾਸਟ ਇਜ਼ ਪਾਈਪਲਾਈਨਿੰਗ ਟੈਕਨੀਕ ਇਜ਼ ਈਜ਼ੀ ਟੂ ਇੰਪਲੀਮੈਂਟ ਸੋ ਰਿਸਕ ਦੇ ਵਿੱਚ ਪਾਈਪਲਾਈਨਿੰਗ ਜਿਹੜਾ ਕੋਈ ਬਿਗਰ ਪ੍ਰੋਗਰਾਮ ਨੂੰ ਸਮਾਲਰ ਪੋਰਸ਼ਨ ਡਿਵਾਈਡ ਕਰਕੇ ਆਪਾਂ ਉਹਨੂੰ ਕਨੈਕਟੀਵਿਟੀ ਦੇ ਸਕਦੇ ਹਾਂ ਪਾਈਪਲਾਈਨਿੰਗ ਟੈਕਨੀਕ ਯੂਜ਼ ਕਰਦੇ ਹਾਂ ਸੋ ਪਰ ਸਿਸਕ ਦੇ ਵਿੱਚ ਕੀ ਪਾਈਪਲਾਈਨਿੰਗ ਇਜ਼ ਨਾਟ ਈਜ਼ੀ ਟੂ ਇੰਪਲੀਮੈਂਟ ਇਹ ਪਾਈਪਲਾਈਨਿੰਗ ਈਜ਼ੀਲੀ ਇੰਪਲੀਮੈਂਟ ਨਹੀਂ ਹੁੰਦੀ ਹੈਗੀ ਹੈ ਬਾਕੀ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਚੁੱਕਿਆ ਹੈਗਾ ਜਿਹੜੀ ਰਿਸਕ ਦੀ ਐਗਜ਼ਾਮਪਲ ਹੈਗੀ ਆ ਜਿਵੇਂ ਟੈਲੀਕਮਿਊਨੀਕੇਸ਼ਨ ਹੈ ਜਾਂ ਵੀਡੀਓ ਪ੍ਰੋਸੈਸਿੰਗ ਯੂਜ਼ ਹੁੰਦਾ ਹੈਗਾ ਜਿਹੜਾ ਸਿਸਕ ਹੈਗਾ ਸਿਸਕ ਆਰਕੀਟੈਕਚਰ ਜ਼ਿਆਦਾਤਰ ਕੀ ਹੋਮ ਆਟੋਮੇਸ਼ਨ ਤੇ ਸਿਕਿਉਰਿਟੀ ਸਿਸਟਮ 'ਚ ਯੂਜ਼ ਹੁੰਦਾ ਹੈਗਾ ਜਿਹੜਾ ਸਿਸਕ ਹੈਗਾ ਹੋਮ ਆਟੋਮੇਸ਼ਨ ਤੇ ਸਿਕਿਉਰਿਟੀ ਸਿਸਟਮ ਦੇ ਵਿੱਚ ਯੂਜ਼ ਹੁੰਦਾ ਹੈ